सतगुरां दी साजी नवाजी, गुरु प्यारी गुरु सवारी साध संगत जी। जुगो जुग अटल गुरता गदी ते शुभाए मान, दसां पातशाहियां दी आत्मक जोत। बाणी गुरु शब्द गुरु, धन धन साहिब श्री गुरु ग्रंथ साहिब महाराज सच्चे पातशाह जी दी अपार किरपा रहमत बख्शिश होई है। सतगुरु जी दी मेहर दा सदका सतगुरु सच्चे पातशाह जी दे पवित्र अस्थान विश्वकर्मा मंदिर तप अस्थान संत बाबा करतार सिंह जी निर्मले महापुरख ਆਪਾਂ ਸਭਨਾਂ ਨੇ ਅਸਥਾਨ 'ਤੇ ਪਹੁੰਚ ਕੇ ਸਤਿਗੁਰੂ ਜੀ ਦੇ ਦਰਸ਼ਨ ਪਰਸ਼ਨ ਕੀਤੇ ਹਨ। ਸਤਿਗੁਰੂ ਜੀ ਨੇ ਮਿਹਰ ਕਰਕੇ ਖੁੱਲ੍ਹੇ ਦਰਸ਼ਨ ਦੀਦਾਰੇ ਸੰਗਤਾਂ ਨੂੰ ਬਖਸ਼ਿਸ਼ ਕੀਤੇ ਹਨ। ਸਤਿਗੁਰੂ ਜੀ ਦੀ ਕਿਰਪਾ ਦਾ ਸਦਕਾ ਅੱਜ ਸੰਗਰਾਂਦ ਦਾ ਦਿਹਾੜਾ ਹਾੜ੍ਹ ਦੇ ਮਹੀਨੇ ਦੀ ਆਰੰਭਤਾ ਹੋਈ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ 12 ਮਾਹਾਂ ਦੀ ਬਾਣੀ ਮਾਝ ਰਾਗ ਦੇ ਵਿੱਚ ਗੁਰੂ ਕੀਆਂ ਸੰਗਤਾਂ ਦੇ ਕਲਿਆਣ ਹਿੱਤ ਉਚਾਰਨ ਕੀਤੀ ਹੈ, ਸਮੁੱਚੇ ਸੰਸਾਰ ਭਰ ਦੇ ਵਿੱਚ ਸੰਗਰਾਂਦ ਦੇ ਦਿਹਾੜੇ 'ਤੇ ਵਿਸ਼ੇਸ਼ ਕਰਕੇ ਇਸ ਬਾਣੀ ਦਾ ਗੁਰੂ ਘਰਾਂ ਦੇ ਵਿੱਚ ਪਾਠ ਕੀਤਾ ਜਾਂਦਾ ਹੈ। ਔਰ ਜਿਸ ਮਹੀਨੇ ਦੀ ਆਰੰਭਤਾ ਹੁੰਦੀ ਹੈ ਤਿਸ ਮਹੀਨੇ ਦੇ ਸ਼ਬਦ ਨੂੰ ਵਿਸ਼ੇਸ਼ ਕਰਕੇ ਸੰਗਤਾਂ ਨੂੰ ਸ਼ਰਵਣ ਕਰਵਾਇਆ ਜਾਂਦਾ ਹੈ। ਉਸ ਦੀ ਵਿਆਖਿਆ, ਉਸ ਦੀ ਕਥਾ ਗੁਰੂ ਕੀਆਂ ਸੰਗਤਾਂ ਸ਼ਰਵਣ ਕਰਦੀਆਂ ਹਨ। ਆਪ ਜੀ ਦਾ ਕੰਗ ਸਾਬੂ ਨਗਰ ਦੀਆਂ ਸੰਗਤਾਂ ਦਾ ਜੋ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਪਿਆਰ ਬਣਿਆ ਹੋਇਆ ਹੈ, ਹਰ ਮਹੀਨੇ ਆਪ ਜੀ ਗੁਰੂ ਚਰਨਾਂ ਵਿੱਚ ਵਿਸ਼ੇਸ਼ ਕਰਕੇ ਜੁੜ ਕੇ ਮਹੀਨੇ ਦੀ ਕਥਾ ਸਰਵਣ ਕਰਦੇ ਹੋ। ਆਓ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਿਹਰ ਦਾ ਸਦਕਾ 12 ਮਾਹਾ ਬਾਣੀ ਦੇ ਸੰਪੂਰਨ ਪਾਠ ਹੋਏ ਹਨ। ਉਪਰੰਤ ਆਨੰਦ ਸਾਹਿਬ ਦੇ ਪਾਠ ਅਤੇ ਹੁਣ ਗੁਰੂ ਕੇ ਸ਼ਬਦ ਦੀ ਵਿਚਾਰ ਵਿੱਚ ਜੁੜਨ ਦਾ ਸੁਭਾਗ ਸਮਾਂ ਗਰੀਬ ਨਵਾਜ ਪਾਤਸ਼ਾਹ ਸਾਨੂੰ ਆਪ ਮਿਹਰਾਂ ਕਰਕੇ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਾੜ੍ਹ ਦੇ ਮਹੀਨੇ ਦੁਆਰਾ ਗੁਰੂ ਕੀਆਂ ਸੰਗਤਾਂ ਨੂੰ ਉਪਦੇਸ਼ ਬਖਸ਼ਿਸ਼ ਕੀਤਾ ਹੈ, ਆਓ ਬੜੇ ਪਿਆਰ ਦੇ ਨਾਲ ਸਰਵਣ ਕਰੀਏ ਜੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨੂੰ ਪ੍ਰਾਪਤ ਕਰਨ ਲਈ ਇੱਕ ਵਾਰੀ ਸਮੂਹ ਸੰਗਤਾਂ ਦੋਵੇਂ ਹੱਥ ਜੋੜ ਕੇ ਸਤਿਗੁਰੂ ਜੀ ਨੂੰ ਸੀਸ ਝੁਕਾਉਂਦੇ ਹੋਏ ਪਿਆਰ ਨਾਲ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੁ ਨ ਜਿੰਨਾ ਪਾਸ। ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਬੀਤੇ ਕੱਲ੍ਹ ਲੰਘਿਆ। ਕੱਲ੍ਹ ਵੀ ਆਪ ਸੰਗਤਾਂ ਨੇ ਗੁਰਦੁਆਰਾ ਗੁਰਸ਼ਬਦ ਪ੍ਰਕਾਸ਼ ਕੰਗ ਸਾਬੂ ਵਿਖੇ ਇਕੱਤਰ ਹੋ ਕੇ ਸਤਿਗੁਰੂ ਜੀ ਦੇ ਪਵਿੱਤਰ ਜੀਵਨ ਦੀਆਂ ਵਿਚਾਰਾਂ ਨੂੰ ਸਰਵਣ ਕੀਤਾ। ਦਾਸ ਨੇ ਹਾਜ਼ਰੀ ਭਰੀ। ਅੱਜ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਹਾੜ੍ਹ ਦੇ ਮਹੀਨੇ ਦੀ ਸੰਗਰਾਂਦ ਦੀ ਵਿਚਾਰ ਦੀ ਪ੍ਰਾਰੰਭਤਾ ਹੋਈ ਹੈ। 12 ਮਾਹਾ ਦੀ ਜੋ ਰਚਨਾ ਹੈ, ਬਹੁਤ ਸਾਰੇ 12 ਮਾਹਾ ਲਿਖੇ ਹੋਏ ਸਾਨੂੰ ਮਿਲਦੇ ਹਨ, ਪਰ ਸਿੱਖ ਇਤਿਹਾਸ ਵਿੱਚ ਜੋ ਗੁਰਬਾਣੀ ਦੇ ਵਿੱਚ 12 ਮਾਹਿਆਂ ਦਾ ਜ਼ਿਕਰ ਆਇਆ ਹੈ, ਉਹ 3 ਪ੍ਰਕਾਰ ਦੇ 12 ਮਾਹਾ ਹਨ। ਇੱਕ ਤਾਂ ਤੁਖਾਰੀ ਰਾਗ ਵਿੱਚ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ 12 ਮਾਹਾ ਹੈ। ਇਸੇ ਪ੍ਰਕਾਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਵੀ 12 ਮਾਹਾ ਬਾਣੀ ਦੀ ਰਚਨਾ ਕੀਤੀ ਹੈ। ਅਤੇ ਇੱਕ ਇਹ ਜੋ ਮਾਝ ਰਾਗ ਦੀ ਬਾਣੀ ਹੈ 12 ਮਾਹਾ, ਧੰਨ ਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਰਚਨਾ। 12 ਮਾਹਾ ਬਾਣੀ ਦਾ ਭਾਵ ਸਿੱਧੇ ਸਾਦੇ ਲਫ਼ਜ਼ਾਂ ਦੇ ਵਿੱਚ ਆਪਾਂ ਇਹ ਲੈਂਦੇ ਹਾਂ ਕਿ ਜਿਸ ਰਚਨਾ ਦੇ ਵਿੱਚ
12 ਮਹੀਨਿਆਂ ਦੁਆਰਾ ਕਿਸੇ ਵਿਛੋੜੇ ਦਾ ਅਤੇ ਵਿਛੋੜੇ ਤੋਂ ਮਿਲਾਪ ਤੱਕ ਦੇ ਸਫ਼ਰ ਦਾ ਜ਼ਿਕਰ ਹੋਇਆ ਹੋਵੇ, ਬਿਰਹਾ ਦਾ ਜ਼ਿਕਰ ਹੋਇਆ ਹੋਵੇ, ਤਿਸ ਰਚਨਾ ਨੂੰ 12 ਮਾਹ ਕਿਹਾ ਜਾਂਦਾ ਹੈ। ਦੁਨਿਆਵੀ 12 ਮਾਹ ਬਹੁਤ ਸਾਰੇ ਕਵੀਆਂ ਨੇ ਲਿਖੇ ਹੈ, ਬੜੇ ਕਵੀਆਂ ਦੀਆਂ ਰਚਨਾਵਾਂ ਮਿਲ ਜਾਂਦੀਆਂ ਹੈ, ਪਰ ਉਹਨਾਂ ਵਿੱਚ ਮਹਿਜ਼ ਦੁਨਿਆਵੀ ਪਤੀ ਪਤਨੀ ਦੇ ਰਿਸ਼ਤੇ ਦੀ, ਨਾਰ ਪਤਾਰ ਦੇ ਵਿਛੋੜੇ ਦੀ ਜਾਂ ਉਹਨਾਂ ਦੇ ਮਿਲਾਪ ਦੀ ਸਿੱਕ ਦਾ ਵਰਣਨ ਕੀਤਾ ਹੁੰਦਾ ਹੈ। ਪਰ ਰੱਬੀ ਬਾਣੀ ਧੁਰ ਕੀ ਬਾਣੀ ਆਈ, ਤਿਨ ਸਗਲੀ ਚਿੰਤ ਮਿਟਾਈ, ਇਹ ਜੋ ਸਤ ਕੀ ਬਾਣੀ ਹੈ, ਸੱਚ ਕੀ ਬਾਣੀ ਨਾਨਕ ਆਖੈ, ਸੱਚ ਸੁਣਾਏ ਸੀ ਸੱਚ ਕੀ ਬੇਲਾ। ਇਸ ਗੁਰਬਾਣੀ ਦੇ ਆਪਾਂ ਬਾਹਰੀ ਅਰਥ ਵੀ ਲੈ ਲੈਂਦੇ ਹਾਂ, ਪਰ ਜੋ ਗੁਹਜ ਭਾਵ ਹੈ, ਅੰਤਰੀਵ ਅਰਥ ਹਨ, ਸਮੁੱਚੀ ਗੁਰਬਾਣੀ ਦੇ ਵਿੱਚ ਆਤਮਾ ਅਤੇ ਪਰਮਾਤਮਾ ਦੇ ਮਿਲਾਪ ਦਾ ਜ਼ਿਕਰ ਆਉਂਦਾ ਹੈ। ਸੋ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਹਾੜ ਦੇ ਮਹੀਨੇ ਦੁਆਰਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ ਕਿ ਆਸਾੜ ਤਪੰਦਾ ਤਿਸ ਲੱਗੈ, ਹਰ ਨਾਹੁ ਨ ਜਿਨ੍ਹਾਂ ਪਾਸ। ਆਸਾੜ ਕਹੀਏ ਹਾੜ ਦਾ ਮਹੀਨਾ, ਸਤਿਗੁਰੂ ਜੀ ਨੇ 12 ਮਹੀਨਿਆਂ ਦੁਆਰਾ ਮਨੁੱਖਾ ਜਨਮ ਨੂੰ ਸੰਬੋਧਨ ਕਰਕੇ, ਇਸ ਜੀਵ ਇਸਤਰੀ ਨੂੰ ਸੰਬੋਧਨ ਕਰਕੇ ਪਤੀ ਪੁਰਖ ਦੇ ਨਾਲ ਮਿਲਾਪ ਦਾ ਰਸਤਾ ਦੱਸਿਆ ਹੈ। ਆਸਾੜ ਜਾਂ ਹਾੜ, ਹਾੜ ਦੇ ਮਹੀਨੇ ਨੂੰ ਆਸਾੜ ਕਿਉਂ ਕਿਹਾ ਜਾਂਦਾ ਹੈ? ਕਿਉਂ ਸਤਿਗੁਰੂ ਜੀ ਨੇ ਆਸਾੜ ਸ਼ਬਦ ਵਰਤਿਆ ਹੈ? ਕਿਉਂਕਿ ਇਹ ਜੇਠ ਅਤੇ ਜਿਹੜੇ ਹਾੜ ਦੇ ਮਹੀਨੇ ਹੈ, ਇਹ ਗਰੀਖਮ ਰੁੱਤ ਦੇ, ਗਰਮੀ ਰੁੱਤ ਦੇ ਮਹੀਨੇ ਹੈ। ਗਰੀਖਮ ਰੁੱਤ ਅਤ ਗਾਖੜੀ, ਜੇਠ ਅਖਾੜੈ ਘਾਮ ਜੀਓ। ਇਹ ਗਾਖੜੀ ਰੁੱਤ ਹੈ, ਬੜੀ ਕਠਿਨ ਰੁੱਤ ਹੈ, ਗਰਮੀ ਵਾਲੀ ਰੁੱਤ ਹੈ। ਇਸ ਕਰਕੇ ਇਸ ਮਹੀਨੇ ਦੇ ਵਿੱਚ ਸੂਰਜ ਦੀਆਂ ਕਿਰਨਾਂ ਸਿੱਧੀਆਂ ਧਰਤੀ ਦੇ ਉੱਤੇ, ਸੂਰਜ ਧਰਤੀ ਦੇ ਬਹੁਤ ਨਜ਼ਦੀਕ ਹੁੰਦਾ ਹੈ, ਜਿਸ ਕਰਕੇ ਧਰਤੀ ਦੇ ਉੱਤੇ ਤਪਸ਼ ਵੱਧ ਜਾਂਦੀ ਹੈ। ਸਮੁੱਚੇ ਜੀਵ ਜੰਤੂ ਉਹਨਾਂ ਨੂੰ ਤਪਸ਼ ਮਹਿਸੂਸ ਹੁੰਦੀ ਹੈ, ਗਰਮੀ ਮਹਿਸੂਸ ਹੁੰਦੀ ਹੈ। ਗਰਮੀ ਤੋਂ ਬਚਣ ਵਾਸਤੇ ਜਾਨਵਰ ਉਹ ਦਰਖਤਾਂ ਦੇ ਹੇਠਾਂ ਖੜ੍ਹ ਜਾਂਦੇ ਆ, ਜਾ ਕੇ ਛਾਂ ਦਾ ਆਨੰਦ ਮਾਣਦੇ ਆ, ਪਾਣੀ ਦੇ ਸੋਮਿਆਂ ਵੱਲ ਨੂੰ ਭੱਜਦੇ ਹੈ। ਗਰੀਬ ਲੋਕ ਪੱਖੀਆਂ ਝੱਲ ਕੇ ਇਹ ਗਰਮੀ ਦੀ ਜੋ ਮੁਸ਼ਕਿਲ ਹੈ, ਗਰਮੀ ਦੀ ਮੁਸੀਬਤ ਹੈ, ਇਹਨੂੰ ਦੂਰ ਕਰਨ ਦਾ ਯਤਨ ਕਰਦੇ ਹਨ। ਅਮੀਰ ਲੋਕ ਜਿਹੜੇ ਹੈ ਉਹ ਪਹਾੜਾਂ ਦੇ ਵਿੱਚ ਠੰਡੀਆਂ ਜਗ੍ਹਾ ਦੇ ਉੱਤੇ ਉਹ ਫਿਰ ਇਹਨਾਂ ਦਿਨਾਂ ਦੇ ਵਿੱਚ ਟੂਰ ਲਾਉਂਦੇ ਹਨ, ਗਰਮੀ ਦੀਆਂ ਛੁੱਟੀਆਂ ਕੱਟਣ ਦੇ ਲਈ ਚਲੇ ਜਾਂਦੇ ਹਨ। ਕਿਉਂਕਿ ਬਹੁਤਾ ਸਾੜ ਪੈਂਦਾ ਹੈ, ਬਹੁਤ ਜ਼ਿਆਦਾ ਗਰਮੀ ਹੁੰਦੀ ਹੈ। ਇਸ ਕਰਕੇ ਆ ਰਹੇ ਸਾੜ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਆ ਸਾੜ ਕਰਕੇ ਲਿਖਿਆ ਹੈ। ਜੋ ਸਾੜ ਪੈਦਾ ਕਰਨ ਵਾਲੀ ਗਰਮੀ ਹੈ, ਗਰਮੀ ਦਾ ਮਹੀਨਾ ਹੈ, ਉਸ ਹਾੜ ਦੇ ਮਹੀਨੇ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਸਾੜ ਕਿਹਾ ਹੈ। ਅਤੇ ਆਸਾੜ ਜਾਂ ਹਾੜ ਦਾ ਮਹੀਨਾ ਤਪੰਦਾ ਤਿਸ ਲੱਗੈ, ਤਪਸ਼ ਵਾਲਾ ਕਿਹਨੂੰ ਲੱਗਦਾ ਹੈ? ਹਾਲਾਂਕਿ ਦੁਨਿਆਵੀ ਤੌਰ 'ਤੇ ਸੋਚੀਏ ਤਾਂ ਤਨ ਤਾਂ ਸਾਰਿਆਂ ਦੇ ਹੀ ਤਪਦੇ ਹੈ, ਸਾਰਿਆਂ ਨੂੰ ਗਰਮੀ ਮਹਿਸੂਸ ਹੁੰਦੀ ਹੈ, ਕਿਉਂਕਿ ਸਰੀਰ ਦੀ ਇੱਕ ਸਮਰੱਥਾ ਹੈ ਵੀ ਇਹ ਕਿੰਨਾ ਕੁ ਤਾਪ ਸਹਿਣ ਕਰ ਸਕਦਾ ਹੈ। ਹਾਲਾਂਕਿ ਸਾਡੇ ਸਰੀਰ ਵਿੱਚ ਵੀ ਗਰਮੀ ਹੁੰਦੀ ਹੈ, ਸਰੀਰ ਦੇ ਵਿੱਚ ਵੀ ਤਾਪ ਹੁੰਦਾ ਹੈ। ਕਈ ਵਾਰ ਜਦੋਂ ਸਾਡੇ ਸਰੀਰ ਦਾ ਟੈਂਪਰੇਚਰ ਵੱਧ ਜਾਵੇ ਅਤੇ ਡਾਕਟਰ ਸਾਹਿਬ ਬੈਠੇ ਨੇ, ਇਹ ਫਿਰ ਥਰਮਾਮੀਟਰ ਲਾ ਕੇ ਆਪਣਾ ਬੁਖਾਰ, ਆਪਣਾ ਤਾਪ ਚੈੱਕ ਕਰਦੇ ਹੈ, ਦੱਸਦੇ ਹੈ ਵੀ ਤੁਹਾਡਾ 98 ਡਿਗਰੀ ਤੋਂ ਜ਼ਿਆਦਾ ਹੈ, ਇਸ ਕਰਕੇ ਤੁਹਾਨੂੰ ਬੁਖਾਰ ਚੜ੍ਹ ਗਿਆ, ਤਾਪ ਚੜ੍ਹ ਗਿਆ, ਫੀਵਰ ਹੋ ਗਿਆ, ਤੁਹਾਨੂੰ ਦਵਾਈ ਲੈਣੀ ਪਏਗੀ। ਜਾਂ ਫਿਰ ਠੰਡੀਆਂ ਪੱਟੀਆਂ ਸਿਰ ਦੇ ਉੱਤੇ, ਸਰੀਰ ਦੇ ਉੱਤੇ ਰੱਖੀਆਂ ਜਾਂਦੀਆਂ ਤਾਂ ਕਿ ਸਰੀਰ ਦਾ ਤਾਪਮਾਨ ਹੈ, ਜਿਹੜਾ ਸਰੀਰ ਦੀ ਗਰਮੀ ਹੈ, ਇਹਨੂੰ ਘੱਟ ਕਰਕੇ ਬੈਲੈਂਸ ਕੀਤਾ ਜਾ ਸਕੇ। ਹਾਲਾਂਕਿ ਕੋਈ ਵੀ ਸਰੀਰ ਠੰਡਾ ਨਹੀਂ ਹੁੰਦਾ, ਉਹਦੇ ਵਿੱਚ ਆਮ ਜਿਹੜਾ ਤਾਪਮਾਨ ਹੈ, ਸਧਾਰਨ ਤਾਪਮਾਨ, ਸਧਾਰਨ ਤਾਪ, ਸਧਾਰਨ ਗਰਮੀ ਬਣੀ ਰਹਿੰਦੀ ਹੈ। ਜੇਕਰ ਸਾਡੇ ਸਰੀਰ ਦੇ ਵਿੱਚ ਗਰਮੀ ਨਾ ਹੋਵੇ ਅਤੇ ਗੁਰਮੁਖ ਪਿਆਰਿਓ, ਸਾਡਾ ਖੂਨ ਗਰਦਿਸ਼ ਕਿਵੇਂ ਕਰੇਗਾ? ਖੂਨ ਕਿਵੇਂ ਚੱਲੇਗਾ ਸਾਡੀਆਂ ਨਸਾਂ ਦੇ ਵਿੱਚ? ਅਤੇ ਇਸੇ ਪ੍ਰਕਾਰ ਸਾਡੇ ਸਰੀਰ ਦੇ ਵਿੱਚ ਬਹੁਤ ਭਿਆਨਕ ਜਠਰਾ ਅਗਨੀ ਹੁੰਦੀ ਹੈ, ਬਹੁਤ ਤੇਜ਼ ਅੱਗ ਹੁੰਦੀ ਹੈ ਸਾਡੇ ਪੇਟ ਦੇ ਵਿੱਚ, ਜਿਹਦੇ ਨਾਲ ਸਾਡਾ ਖਾਧਾ ਹੋਇਆ ਭੋਜਨ ਪ੍ਰਸ਼ਾਦਾ, ਛਕਿਆ ਹੋਇਆ ਉਹ ਹਜ਼ਮ ਹੁੰਦਾ ਹੈ। ਕਿਸ ਰੂਪ ਦੇ ਵਿੱਚ ਭੋਜਨ ਪ੍ਰਸ਼ਾਦੇ ਨੂੰ ਆਪਾਂ ਛਕਦੇ ਹਾਂ ਅਤੇ ਉਹਦੇ ਵਿੱਚੋਂ ਉਹਨੂੰ ਸਾੜ ਕੇ
ਰਸ ਅਲੱਗ ਕਰਕੇ ਉਹਦਾ ਖੂਨ ਬਣਦਾ ਹੈ, ਮਾਸ ਬਣਦਾ ਹੈ, ਚਰਬੀ ਬਣਦੀ ਹੈ, ਸਰੀਰ ਨੂੰ ਤਾਕਤ ਮਿਲਦੀ ਹੈ ਅਤੇ ਫੋਕਟ ਪਦਾਰਥ ਪਰਮਾਤਮਾ ਨੇ ਜੋ ਸਿਸਟਮ ਫਿੱਟ ਕੀਤਾ ਹੋਇਆ ਸਾਡੇ ਸਰੀਰ ਦੇ ਵਿੱਚ ਉਹਦੇ ਮੁਤਾਬਕ ਬਾਹਰ ਨਿਕਲ ਜਾਂਦਾ ਹੈ। ਸੋ ਸਰੀਰ ਦੇ ਵਿੱਚ ਵੀ ਗਰਮੀ ਹੈ, ਪਰ ਇਹ ਗਰਮੀ ਜਿਹੜੀ ਹੈ ਇਹ ਜੇਠ ਦੇ ਮਹੀਨੇ ਦੀ ਗਰਮੀ ਹੈ ਜਿਹੜੀ, ਇਸ ਨੂੰ ਸਤਿਗੁਰ ਸੱਚੇ ਪਾਤਸ਼ਾਹ ਵਰਣਨ ਕਰ ਰਹੇ ਹੈ ਕਿ ਆਸਾੜ ਤਪੰਦਾ ਤਿਸ ਲੱਗੈ। ਹਾੜ ਦਾ ਮਹੀਨਾ ਤਪਦਾ ਹੋਇਆ ਉਹਨਾਂ ਨੂੰ ਲੱਗਦਾ ਗਰਮੀ, ਉਹਨਾਂ ਨੂੰ ਮਹਿਸੂਸ ਹੁੰਦੀ ਹੈ। ਹਰ ਨਾ ਹੋਣਾ ਜਿਨ੍ਹਾਂ ਪਾਸ, ਜਿਨ੍ਹਾਂ ਦੇ ਪਾਸ ਕਹੀਏ ਕੋਲ ਹਰ ਹਰੀ ਪਰਮੇਸ਼ਰ ਵਾਹਿਗੁਰੂ ਰੂਪੀ ਨਾਹੋ, ਨਾਹੋ ਨਾਮ ਹੈ ਪਤੀ ਦਾ। ਜਿਨ੍ਹਾਂ ਦੇ ਕੋਲੇ ਵਾਹਿਗੁਰੂ ਪਰਮੇਸ਼ਰ ਪਤੀ ਨਹੀਂ ਹੈ, ਜਿਨ੍ਹਾਂ ਨੂੰ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੋਈ, ਜਿਹੜੇ ਉਹ ਵਾਹਿਗੁਰੂ ਨੂੰ ਅੰਗ ਸੰਗ ਨਹੀਂ ਸਮਝਦੇ, ਉਹਨਾਂ ਦੇ ਜੀਵਨ ਦੇ ਵਿੱਚ, ਉਹਨਾਂ ਦੇ ਮਨ ਦੇ ਵਿੱਚ ਹਮੇਸ਼ਾ ਤਪਸ਼ ਬਣੀ ਰਹਿੰਦੀ ਆ। ਉਹਨਾਂ ਦਾ ਮਨ ਤਪਦਾ ਹੀ ਰਹਿੰਦਾ। ਆਪਾਂ ਕਹਿੰਦੇ ਹਾਂ ਫਲਾਣਾ ਬੰਦਾ ਬੜਾ ਤਪਿਆ ਤਪਾਇਆ ਰਹਿੰਦਾ, ਇਹਦਾ ਮਤਲਬ ਇਹ ਨਹੀਂ ਵੀ ਉਹਨੂੰ ਅੱਗ ਲੱਗੀ ਰਹਿੰਦੀ ਹੈ। ਇਹਦਾ ਮਤਲਬ ਹੁੰਦਾ ਵੀ ਉਹਦੇ ਮਨ ਦੇ ਵਿੱਚ ਤਪਸ਼ ਬੜੀ ਹੈ। ਉਹਨੂੰ ਆਸ਼ਾ ਤ੍ਰਿਸ਼ਨਾ ਦੀ ਅੱਗ ਹੈ, ਉਹਦੇ ਮਨ ਵਿੱਚ ਈਰਖਾ ਦੀ ਅੱਗ ਹੋ ਸਕਦੀ ਹੈ, ਉਹਨੂੰ ਕਾਮ ਕ੍ਰੋਧ ਲੋਭ ਮੋਹ ਹੰਕਾਰ ਕਿਸੇ ਵੀ ਵਿਸ਼ੇ ਦੀ ਅਗਨ ਨੇ ਤਪਾਇਆ ਹੋ ਸਕਦਾ ਹੈ। ਅਤੇ ਆਪਾਂ ਆਮ ਮਨੁੱਖ ਇਹਨਾਂ ਵਿਸ਼ਿਆਂ ਵਿਕਾਰਾਂ ਦੇ ਕਾਰਨ ਤਪਦੇ ਹਾਂ। ਪਰ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਮਨੁੱਖਾ ਜਨਮ ਰੂਪੀ ਜਿਹੜਾ ਹਾੜ ਦਾ ਮਹੀਨਾ ਹੈ ਉਹ ਤਪਦਾ ਹੋਇਆ ਮਨੁੱਖਾ ਜਨਮ ਉਹਨਾਂ ਨੂੰ ਲੱਗਦਾ, ਮਨੁੱਖਾ ਸਰੀਰ ਤਪਦਾ ਹੋਇਆ ਉਹਨਾਂ ਨੂੰ ਲੱਗਦਾ ਜਿਹੜੇ ਇਹ ਨਹੀਂ ਸਮਝਦੇ ਕਿ ਗੁਰ ਮੇਰਾ ਸੰਗ ਸਦਾ ਹੈ ਨਾਲੇ, ਕਿ ਗੁਰੂ ਹਮੇਸ਼ਾ ਮੇਰੇ ਅੰਗ ਸੰਗ ਹੈ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹੇ ਨਾ ਸਾਕੈ ਜਾਲੇ। ਉਹ ਗੁਰੂ ਦੀ ਕਿਰਪਾ ਦੁਆਰਾ ਜਲ ਡੋਬ ਨਹੀਂ ਸਕਦਾ, ਅਗਨੀ ਸਾੜ ਨਹੀਂ ਸਕਦੀ। ਬਾਹਰੀ ਅਗਨ ਵੀ ਅਤੇ ਅੰਤਰੀਵ ਜੋ ਸਾਡੇ ਮਨ ਦੇ ਵਿੱਚ ਅੱਗ ਲੱਗੀ ਰਹਿੰਦੀ ਹੈ, ਅਸੀਂ ਤਪੇ ਤਪਾਏ ਰਹਿੰਦੇ ਹਾਂ, ਉਹ ਅੱਗ ਨਾ ਸਾਡੇ ਤਨ ਨੂੰ ਸਾੜ ਸਕਦੀ ਹੈ ਅਤੇ ਨਾ ਸਾਡੇ ਮਨ ਨੂੰ ਸਾੜ ਸਕਦੀ ਹੈ। ਕਦੋਂ? ਜਦੋਂ ਵਾਹਿਗੁਰੂ ਪਰਮੇਸ਼ਰ ਸਦਾ ਅੰਗ ਸੰਗੇ ਅਭੰਗੰ ਵਿਭੂਤੇ ਹੋਏਗਾ। ਉਹ ਤਾਂ ਹਮੇਸ਼ਾ ਹੀ ਸਾਡੇ ਅੰਗ ਸੰਗ ਹੈ। ਜਦੋਂ ਅਸੀਂ ਉਸ ਨੂੰ ਮਹਿਸੂਸ ਕਰਾਂਗੇ ਕਿ ਉਹ ਹਮੇਸ਼ਾ ਸਾਡੇ ਨਾਲ ਹੈ, ਉਹ ਹਮੇਸ਼ਾ ਸਾਡੇ ਅੰਗ ਸੰਗ ਵਸਦਾ ਹੈ, ਉਸ ਵੇਲੇ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਹਾੜ ਦਾ ਮਹੀਨਾ ਔਰ ਇਹ ਮਨੁੱਖਾ ਜਨਮ ਰੂਪੀ ਜਿਹੜਾ ਹਾੜ ਹੈ ਉਹ ਕਿਸੇ ਨੂੰ ਵੀ ਤਪਾਉਂਦਾ ਨਹੀਂ, ਤਪਸ਼ ਵਾਲਾ ਨਹੀਂ ਲੱਗਦਾ। ਤਪਸ਼ ਵਾਲਾ ਕਦੋਂ ਲੱਗਦਾ? ਹਰ ਨਾ ਹੋਣਾ ਜਿਨ੍ਹਾਂ ਪਾਸ, ਜਿਨ੍ਹਾਂ ਦੁਨਿਆਵੀ ਇਸਤਰੀਆਂ ਦੇ ਪਾਸ ਉਹਨਾਂ ਦੇ ਪਤੀ ਨਹੀਂ ਵਿਛੋੜੇ ਦਾ, ਉਹਨਾਂ ਨੂੰ ਇਹ ਤਾਪ ਚੜ੍ਹਿਆ ਰਹਿੰਦਾ ਹੈ। ਇਸੇ ਤਰ੍ਹਾਂ ਪਰਮੇਸ਼ਰ ਤੋਂ ਜਿਹੜੇ ਵਿਛੜੇ ਹੋਏ ਜਗਿਆਸੂ ਹੈ, ਜਿਨ੍ਹਾਂ ਦੇ ਕੋਲ ਹਾਲੇ ਤੱਕ ਹਰੀ ਵਾਹਿਗੁਰੂ ਪਰਮੇਸ਼ਰ ਦੀ ਕਿਰਪਾ ਪ੍ਰਾਪਤ ਨਹੀਂ ਹੋਈ, ਉਹ ਵਾਹਿਗੁਰੂ ਪਰਮੇਸ਼ਰ ਪਤੀ ਜਿਨ੍ਹਾਂ ਨੂੰ ਪ੍ਰਾਪਤ ਨਹੀਂ ਹੋਇਆ, ਸੋ ਉਹਨਾਂ ਨੂੰ ਇਹ ਅੱਗ ਪਾਉਂਦੀ ਹੈ, ਉਹਨਾਂ ਨੂੰ ਇਹ ਜਿਹੜੀ ਗਰਮੀ ਹੈ ਤਪਾ ਕੇ ਰੱਖਦੀ ਹੈ। ਅਤੇ ਜਿਨ੍ਹਾਂ ਨੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਅੰਗ ਸੰਗ ਸਮਝਿਆ ਭਾਈ, ਉਹ ਤਾਂ ਭਾਈ ਬਿਧੀ ਚੰਦ ਜੀ ਭੱਠ ਦੇ ਵਿੱਚ ਵੀ ਬੈਠੇ ਹੈ, ਪਰ ਅੱਗ ਦਾ ਸੇਕ ਪ੍ਰਤੱਖ ਰੂਪ ਦੇ ਵਿੱਚ ਵੀ ਉਹਨਾਂ ਨੂੰ ਪੋਹ ਨਹੀਂ ਸਕਿਆ, ਛੂਹ ਨਹੀਂ ਸਕਿਆ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਕੀਤੀ। ਇਸੇ ਤਰ੍ਹਾਂ ਮਾਤਾ ਸੀਤਾ ਦੀ ਗੱਲ ਆਉਂਦੀ ਹੈ। ਭਗਵਾਨ ਰਾਮਚੰਦਰ ਜੀ ਜਦੋਂ ਪਤੀ ਵਰਤਾ ਧਰਮ ਦੀ ਪ੍ਰੀਖਿਆ, ਅਗਨੀ ਪ੍ਰੀਖਿਆ ਕੀਤੀ ਨਾ, ਉਸ ਵੇਲੇ ਅਗਨੀ ਦੇ ਉੱਪਰੋਂ ਲੰਘ ਕੇ ਅਗਨੀ ਪ੍ਰੀਖਿਆ ਦਿੱਤੀ, ਪਰ ਅੱਗ ਕੁਝ ਕਰ ਨਹੀਂ ਸਕੀ, ਕਿਉਂਕਿ ਪਤੀ ਪਰਮੇਸ਼ਰ ਦੇ ਧਰਮ ਦੇ ਵਿੱਚ ਪਰਪੱਕ ਸੀ। ਪਤੀ ਪਰਮੇਸ਼ਰ ਨੂੰ ਅੰਗ ਸੰਗ ਰਾਮ ਹਿਰਦੇ ਵਿੱਚ ਵਸਿਆ ਹੋਇਆ ਸੀ, ਇਸ ਕਰਕੇ ਅਗਨੀ ਨੇ ਕੋਈ ਨੁਕਸਾਨ ਨਾ ਕੀਤਾ। ਗੁਰੂ ਕੀ ਬਾਣੀ ਦਾ ਬਚਨ ਹੈ, ਜਲ ਅਗਨੀ ਵਿੱਚ ਘੱਤਿਆ ਸੋ ਡਰੇ ਨਾ ਗੁਰ ਪ੍ਰਸਾਦ। ਜਿਹੜੇ ਪ੍ਰਹਲਾਦ ਭਗਤ ਜੀ ਹੈ, ਹਰਨਾਕਸ਼ ਨੇ ਉਹਨਾਂ ਨੂੰ ਜਲ ਵਿੱਚ ਵੀ ਡੋਬਿਆ, ਅਗਨੀ ਦੇ ਵਿੱਚ ਵੀ ਸਾੜਨ ਦੀ ਕੋਸ਼ਿਸ਼ ਕੀਤੀ, ਪਰ ਭਗਤ ਪ੍ਰਹਲਾਦ ਜੀ ਉਹਨਾਂ ਨੂੰ ਅੱਗ ਵੀ ਸਾੜ ਨਾ ਸਕੀ, ਜਲ ਡੋਬ ਨਾ ਸਕਿਆ, ਕਿਉਂਕਿ ਪਤੀ ਪਰਮਾਤਮਾ ਉਹਨਾਂ ਦੇ ਅੰਗ ਸੰਗ ਸੀ, ਉਹਨਾਂ ਨੇ ਮਹਿਸੂਸ ਕੀਤਾ ਹੋਇਆ ਸੀ। ਸਤਿਗੁਰੂ ਜੀ ਕਹਿੰਦੇ ਹਾੜ ਦਾ ਮਹੀਨਾ ਤਪਦਾ ਉਹਨਾਂ ਨੂੰ ਲੱਗਦਾ ਹੈ। ਹਰੀ ਪਤੀ ਜਿਨ੍ਹਾਂ ਦੇ, ਵਾਹਿਗੁਰੂ ਪਰਮੇਸ਼ਰ ਰੂਪੀ ਪਤੀ ਜਿਨ੍ਹਾਂ ਦੇ ਪਾਸ, ਜਿਨ੍ਹਾਂ ਦੇ ਕੋਲ ਨਹੀਂ ਹੈ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਫਿਰ ਉਹਨਾਂ ਲੋਕਾਂ ਨੇ ਕੀ ਕੀਤਾ ਜਿਨ੍ਹਾਂ ਨੇ ਵਾਹਿਗੁਰੂ ਪਰਮੇਸ਼ਰ ਨੂੰ ਅੰਗ ਸੰਗ ਨਾ ਸਮਝਿਆ। ਉਹ ਜਗਤ ਨੂੰ ਜੀਵਨ ਬਖਸ਼ਣ ਵਾਲੇ, ਜਗਤ ਦੇ ਜੀਵਨ ਰੂਪੀ ਪਾਰ ਬ੍ਰਹਮ ਪਰਮੇਸ਼ਰ ਜਿਹੜਾ ਪੁਰਖ ਹੈ, ਪੂਨਾਮੀ ਨਰਕਾਂ ਤੋਂ ਰੱਖਿਆ ਕਰਨ ਵਾਲਾ ਹੈ, ਔਰ ਜਿਹੜਾ ਇੱਕੋ ਹੀ ਪੁਰਖ ਹੈ। ਇਸ ਸੰਸਾਰ ਦੇ ਵਿੱਚ ਭਾਵੇਂ ਕੋਈ ਮਰਦ ਹੈ,
ਭਾਵੇਂ ਕੋਈ ਇਸਤਰੀ ਹੈ, ਸਭ ਉਹ ਵਾਹਿਗੁਰੂ ਪਰਮੇਸ਼ਰ ਦੀਆਂ ਇਸਤਰੀਆਂ ਹਨ। ਗੁਰਬਾਣੀ ਨੇ ਇਸਤਰੀ ਰੂਪ ਦੇ ਵਿੱਚ ਵਰਣਨ ਕੀਤਾ। ਏਕਾ ਪੁਰਖ ਸਬਾਈ ਨਾਰ, ਇਸ ਯੁੱਗ ਮੈਂ ਪੁਰਖ ਏਕ ਹੈ, ਹੋਰ ਸਗਲੀ ਨਾਰ ਸਬਾਈ। ਬਾਕੀ ਸਾਰੇ ਭਾਵੇਂ ਮਰਦ ਵੀ ਹੈ, ਉਹ ਵਾਹਿਗੁਰੂ ਪਰਮੇਸ਼ਰ ਦੀਆਂ ਇਸਤਰੀਆਂ ਹਨ। ਅਤੇ ਜਿਨ੍ਹਾਂ ਨੇ ਉਹ ਜਿਹੜਾ ਇੱਕੋ ਇੱਕ ਪੁਰਖ ਹੈ, ਇੱਕੋ ਇੱਕ ਮਰਦ ਹੈ ਵਾਹਿਗੁਰੂ, ਜਗਤ ਦਾ ਜੀਵਨ ਰੂਪ ਹੈ, ਉਹਨੂੰ ਤਿਆਗ ਦਿੱਤਾ, ਉਹਨੂੰ ਛੱਡ ਦਿੱਤਾ। ਜਗ ਜੀਵਨ ਪੁਰਖ ਤਿਆਗ ਕੇ ਫਿਰ ਉਹ ਕੀ ਕਰਦੇ ਆ? ਮਾਨਸ ਸੰਧੀ ਆਸ, ਮਨੁੱਖਾਂ ਦੀ ਆਸ ਰੱਖਦੇ ਆ। ਕੋਈ ਦੇਵੀ ਦੇਵਤਿਆਂ ਦੀ, ਕੋਈ ਪੀਰਾਂ ਦੀ, ਕੋਈ ਕਬਰਾਂ ਦੀ ਆਸ ਰੱਖ ਕੇ ਸੁੱਖਾਂ ਦੀ ਪ੍ਰਾਪਤੀ ਦੇ ਲਈ ਭੱਜਦੇ ਆ। ਆਪਣੇ ਤਪਦੇ ਹੋਏ ਤਨ ਨੂੰ ਠਾਰਨ ਦੇ ਲਈ ਭੱਜਦੇ ਹਨ। ਉਹ ਸਾਰੇ ਜਿਹੜੇ ਵਾਹਿਗੁਰੂ ਪਰਮੇਸ਼ਰ ਨੂੰ ਅੰਗ ਸੰਗ ਨਹੀਂ ਸਮਝਦੇ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਜਗਤ ਦਾ ਜੀਵਨ ਰੂਪੀ ਆਸਰਾ ਰੂਪੀ ਜਿਹੜਾ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਨੂੰ ਤਿਆਗ ਕੇ, ਤਜ ਕੇ, ਛੱਡ ਕੇ, ਉਹਦਾ ਆਸਰਾ ਛੱਡ ਕੇ ਮਨੁੱਖਾਂ ਤੋਂ ਆਸਾਂ ਰੱਖਦੇ ਆ ਸੁੱਖਾਂ ਦੀ ਪ੍ਰਾਪਤੀ ਹੋ ਜਾਵੇ। ਮਾਨੁਖ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਸੱਚਾ ਸਤਿਗੁਰ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਫਿਰ ਬੰਦਿਆਂ ਦੇ ਬੰਦੇ ਬੰਦਿਆਂ ਨੂੰ ਗੁਰੂ ਧਾਰਨ ਕਰਨ ਲੱਗ ਪੈਂਦੇ ਆ। ਜਾ ਕੇ ਬੰਦਿਆਂ ਤੋਂ ਆਸਾ ਇਛਾਵਾਂ ਰੱਖਦੇ ਆ, ਲੋਕ ਦੀਆਂ ਵੀ ਔਰ ਪਰਲੋਕ ਦੀਆਂ ਵੀ, ਸਵਾਰਥ ਦੀਆਂ ਵੀ ਔਰ ਪਰਮਾਰਥ ਦੀਆਂ ਵੀ। ਸਭ ਪ੍ਰਕਾਰ ਦੀਆਂ ਇੱਛਾਵਾਂ ਫਿਰ ਉਹ ਜਿਹੜੇ ਮਨਮੁਖ ਲੋਕ ਰੱਖਦੇ ਹਨ। ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿੰਦੇ, ਨਤੀਜਾ ਕੀ ਹੁੰਦਾ? ਦੋਇਐ ਭਾਏ ਵਿਗੁਚੀ ਹੈ, ਗਲ ਪਈ ਸੋ ਜਮ ਕੀ ਫਾਸ। ਕਹਿੰਦੇ ਜਿਹੜੇ ਇਸ ਪ੍ਰਕਾਰ ਦੋਇਐ ਦਵੈਤ ਭਾਵ ਦੇ ਵਿੱਚ ਕਹਿੰਦੇ ਲੱਗਦੇ ਆ, ਉਹਨਾਂ ਦਾ ਕਹਿੰਦੇ ਵਿਗੁਚਣਾ ਹੁੰਦਾ, ਖਰਾਬ ਹੋਣਾ, ਖੁਆਰ ਹੋਣਾ ਹੁੰਦਾ ਹੈ। ਉਹਨਾਂ ਦਾ ਜੀਵਨ ਖੁਆਰ ਹੋ ਜਾਂਦਾ, ਰੁਲਦੇ ਰਹਿੰਦੇ ਹਨ। ਸੋ ਫਿਰ ਅੰਤ ਨੂੰ ਕੀ ਹੁੰਦਾ? ਗਲ ਪਈ ਸੋ ਜਮ ਕੀ ਫਾਸ। ਜਮਾਂ ਦੀ ਫਾਹੀ ਉਹਨਾਂ ਦੇ ਗਲ ਦੇ ਵਿੱਚ ਪੈ ਜਾਂਦੀ ਹੈ। ਜਨਮ ਮਰਨ ਦੇ ਚੱਕਰਾਂ ਵਿੱਚ ਪਏ ਰਹਿੰਦੇ ਆ, ਕਿਉਂਕਿ ਮਨੁੱਖ ਤਾਂ ਨਹੀਂ ਮੁਕਤ ਕਰ ਸਕਦਾ ਜਨਮ ਮਰਨ ਤੋਂ। ਉਹ ਵਾਹਿਗੁਰੂ ਪਰਮੇਸ਼ਰ ਵਿੱਚ ਸਮਰੱਥਾ ਹੈ, ਉਹ ਜਨਮ ਮਰਨ ਤੋਂ ਮੁਕਤੀ ਦੇ ਦੇਵੇ। ਪਰ ਜਿਨ੍ਹਾਂ ਨੇ ਮਨੁੱਖਾਂ ਦੀ ਆਸ ਰੱਖੀ, ਦੇਹਧਾਰੀ ਗੁਰੂਆਂ ਦੀ ਆਸ ਰੱਖੀ, ਦੇਵੀ ਦੇਵਤਿਆਂ ਦੀ, ਪੀਰਾਂ ਪੈਗੰਬਰਾਂ ਦੀ ਆਸ ਰੱਖੀ, ਕਬਰਾਂ ਮੜੀਆਂ ਦੇ ਉੱਤੇ ਦੀਵੇ ਜਗਾਉਂਦੇ ਰਹੇ, ਰਸਤਿਆਂ ਦੇ ਚੁਰਾਹਿਆਂ ਦੇ ਵਿੱਚ ਰੱਖ ਕੇ ਟੂਣੇ ਟਾਮਣ ਕਰਕੇ ਸੁੱਖਾਂ ਦੀ ਆਸ ਰੱਖਦੇ ਰਹੇ, ਉਹਨਾਂ ਦਾ ਹਾਲ ਕੀ ਹੈ? ਸਤਿਗੁਰੂ ਜੀ ਕਹਿੰਦੇ, ਦਵੈਤ ਭਾਵ ਵਿੱਚ ਜਿਹੜੇ ਦੁਬਿਧਾ ਵਿੱਚ ਪੈ ਗਏ, ਇੱਕ ਨੂੰ ਛੱਡ ਕੇ ਦੂਜੇ ਦੇ ਵਿੱਚ ਆਸ ਰੱਖਣੀ, ਇਹਨੂੰ ਦਵੈਤ ਕਿਹਾ ਜਾਂਦਾ ਹੈ, ਦੁਬਿਧਾ। ਤੇ ਸਤਿਗੁਰੂ ਜੀ ਕਹਿੰਦੇ ਨੇ, ਦੁਬਿਧਾ ਨਾ ਪੜੋ, ਹਰ ਬਿਨ ਹੋਰ ਨਾ ਪੂਜਾਓ, ਮੜਾ ਮਸਾਣ ਨਾ ਜਾਈ। ਦੁਬਿਧਾ ਦੇ ਵਿੱਚ ਨਾ ਪਾਓ, ਹਰੀ ਪਰਮੇਸ਼ਰ ਤੋਂ ਬਿਨਾਂ ਹੋਰ ਕਿਸੇ ਦਾ ਪੂਜਨ ਨਾ ਕਰੋ। ਮੜੀ ਮਸਾਣ ਦੇ ਉੱਤੇ ਤਾਂ ਗੁਰੂ ਕੇ ਸਿੱਖਾ, ਤੈਂ ਭੁੱਲ ਕੇ ਵੀ ਕਦੇ ਨਹੀਂ ਜਾਣਾ। ਜਾਗਤ ਜੋਤ ਜਪੈ ਨਿਸਬਾਸੁਰ, ਏਕ ਬਿਨਾ ਮਨ ਨਾਇਕ ਨਾ ਆਨੈ। ਪੂਰਨ ਪ੍ਰੇਮ ਪ੍ਰਤੀਤ ਸਜੈ, ਬ੍ਰਤ ਗੋਰ ਮੜੀ ਮਟ ਭੂਲ ਨਾ ਮੰਨੈ। ਕਦੇ ਭੁੱਲ ਕੇ ਵੀ ਨਹੀਂ ਮੰਨਣਾ। ਇੱਕੋ ਇੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਓਟ ਆਸਰਾ ਤੱਕਣਾ ਹੈ। ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਹੋਰ ਦੂਜੇ ਦੀ ਆਸ ਨਹੀਂ। ਜਿਹੜੇ ਦੁਬਿਧਾ ਵਿੱਚ ਪੈਂਦੇ ਆ, ਦੋ ਬੇੜੀਆਂ ਦੇ ਵਿੱਚ ਜਿਹੜੇ ਪੈਰ ਧਰਦੇ ਆ, ਕਦੇ ਪਾਰ ਨਹੀਂ ਹੁੰਦੇ। ਉਹਨਾਂ ਨੂੰ ਖੁਆਰ ਹੋਣਾ ਪੈਂਦਾ ਹੈ, ਵਿਗੁਚਣਾ ਪੈਂਦਾ ਹੈ, ਖੱਜਲ ਹੋਣਾ ਪੈਂਦਾ ਹੈ। ਦੋਏ ਭਾਏ ਵਿਗੁਚੀ ਹੈ, ਗਲ ਪਈ ਸੋ ਜਮ ਕੀ ਫਾਸ। ਅੰਤ ਨੂੰ ਜਮਾਂ ਦੀ ਫਾਹੀ ਗਲ ਦੇ ਵਿੱਚ ਪੈ ਜਾਂਦੀ ਹੈ। ਗਲ ਸੰਗਲ ਘੱਤ ਚਲਾਇਆ ਵਾਲੀ ਅਵਸਥਾ ਆ ਜਾਂਦੀ ਹੈ। ਸਤਿਗੁਰੂ ਜੀ ਕਹਿੰਦੇ, ਕਿਉਂ ਹੋਇਆ ਇਸ ਪ੍ਰਕਾਰ? ਕਹਿੰਦੇ, ਜੇਹਾ ਬੀਜੈ ਸੋ ਲੁਣੈ, ਮੱਥੈ ਜੋ ਲਿਖਿਆਸ। ਜਿਸ ਤਰ੍ਹਾਂ ਦਾ ਬੀਜਿਆ ਸੀ ਉਹ ਵੱਢਣਾ ਪੈਣਾ ਹੈ। ਜੋ ਬੀਜ ਧਰਤੀ ਵਿੱਚ ਪਾ ਦਿੱਤਾ, ਮੱਕੀ ਦਾ ਪਾਇਆ ਤਾਂ ਕਣਕ ਨਹੀਂ ਉੱਗੇਗੀ। ਕਣਕ ਦਾ ਬੀਜ ਧਰਤੀ ਵਿੱਚ ਬੀਜਿਆ ਤਾਂ ਉਹਦੇ ਉੱਤੇ ਛੱਲੀਆਂ ਨਹੀਂ ਲੱਗਣੀਆਂ। ਸੋ ਇਸ ਪ੍ਰਕਾਰ ਫਰੀਦਾ ਲੋੜੈ ਦਾਖ ਬਿਜੌਰੀਆਂ, ਕਿੱਕਰ ਬੀਜੈ ਜੱਟ ਹੰਡਾ ਉਨ ਕਤਾਏ ਦਾ। ਪੈਦਾ ਲੋੜੈ ਪੱਟ, ਜੋ ਬੀਜਿਆ ਉਹੀ ਵੱਢਣਾ ਪਵੇਗਾ, ਜੋ ਕੱਤਿਆ ਉਹ ਪਹਿਨਣਾ ਪਵੇਗਾ। ਸਤਿਗੁਰੂ ਜੀ ਕਹਿੰਦੇ, ਜਿਸ ਪ੍ਰਕਾਰ ਦਾ ਕਰਮ ਕੀਤਾ, ਚੰਗਾ ਕੀਤਾ, ਚੰਗਾ ਫਲ ਮਿਲੇਗਾ। ਮਾੜਾ ਕੀਤਾ ਤਾਂ ਮਾੜੇ ਫਲ ਦੀ ਪ੍ਰਾਪਤੀ ਹੋਏਗੀ। ਰੈਣ ਵਿਹਾਣੀ ਪਛਤਾਣੀ, ਉੱਠ ਚੱਲੀ ਗਈ ਨਿਰਾਸ। ਫਿਰ ਕਹਿੰਦੇ, ਜਦੋਂ ਉਮਰ ਰੂਪੀ ਰਾਤ ਵਿਹਾ ਜਾਂਦੀ ਹੈ, ਲੰਘ ਜਾਂਦੀ ਹੈ, ਬਤੀਤ ਹੋ ਜਾਂਦੀ ਹੈ, ਇਹ ਮਨੁੱਖਾ ਜੀਵ, ਇਹ ਮਨੁੱਖਾ ਆਤਮਾ ਫਿਰ ਪਛਤਾਉਂਦੀ ਹੈ। ਜੀਵ ਪਛਤਾਉਂਦਾ ਹੈ ਕਿ ਉੱਠ ਚੱਲੀ ਗਈ ਨਿਰਾਸ। ਨਿਰਾਸ ਹੀ
ਇਸ ਸੰਸਾਰ ਤੋਂ ਉੱਠ ਕੇ ਜਿਹੜੀ ਆਸ ਲੈ ਕੇ ਆਇਆ ਸੀ, ਮੇਰੇ ਮਨ ਹਰ ਦਰਸ਼ਨ ਕੀ ਆਸਾ, ਉਹ ਆਸਾ ਪੂਰੀ ਨਾ ਹੋਈ ਤੇ ਉਸ ਆਸਾ ਤੋਂ ਨਿਰਾਸ਼ਾ ਹੋ ਕੇ ਔਰ ਜਿਹੜੇ ਸੁੱਖਾਂ ਦੀ ਪ੍ਰਾਪਤੀ ਵਾਸਤੇ ਸਾਰੀ ਉਮਰ ਦੌੜਦਾ ਭੱਜਦਾ, ਦੂਜਿਆਂ ਦੇ ਦਵੈਤ ਭਾਵਨਾ ਦੇ ਵਿੱਚ ਲੱਗਾ ਰਿਹਾ, ਮਨੁੱਖਾਂ ਤੋਂ ਆਸ ਰੱਖਦਾ ਰਿਹਾ, ਕਬਰਾਂ ਮੜੀਆਂ ਤੋਂ, ਪਖੰਡਵਾਦ ਦੇ ਡੇਰਿਆਂ ਤੋਂ ਆਸ ਰੱਖਦਾ ਰਿਹਾ, ਉਹ ਆਸਾ ਪੂਰੀ ਨਾ ਹੋਈ। ਉਮਰ ਰੂਪੀ ਰਾਤ ਬਤੀਤ ਹੋ ਗਈ ਤੇ ਮਨੁੱਖ ਨਿਰਾਸ਼ ਇਸ ਦੁਨੀਆ ਤੋਂ ਚਲਿਆ ਜਾਂਦਾ ਹੈ। ਤੇ ਫਿਰ ਮਹਾਰਾਜ ਸੱਚੇ ਪਾਤਸ਼ਾਹ ਬੰਦ ਖਲਾਸੀ ਕਿਵੇਂ ਹੋਵੇ, ਮੁਕਤੀ ਕਿਵੇਂ ਪ੍ਰਾਪਤ ਹੋਵੇ। ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਕਿ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਕਹਿੰਦੇ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋ ਗਈ, ਰੱਬ ਦੇ ਪਿਆਰਿਆਂ ਦਾ ਮੇਲ ਹੋ ਗਿਆ, ਜਿਨ੍ਹਾਂ ਦੀ ਅਰਦਾਸ ਕਬੂਲ ਹੋ ਗਈ, ਜਿਨ੍ਹਾਂ ਦੇ ਸੰਦੜਿਆਂ ਦੁਰਮਤ ਵੰਝੈ, ਮਿੱਤਰ ਅਸਾਡੜੇ ਸੇਈ, ਹਉ ਢੂਢੇਦੀ ਜਗ ਸਵਾਇਆ, ਜਨ ਨਾਨਕ ਵਿਰਲੇ ਕਈ। ਜਿਹੜੀ ਨਿੱਤਾ ਪ੍ਰਤੀ ਆਪਾਂ ਅਰਦਾਸ ਕਰਦੇ ਆ ਨਾ, ਅਰਦਾਸ ਦੇ ਐਂਡ ਉੱਤੇ ਸ਼ਬਦ ਵਰਤਦੇ ਆ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹ ਸੇਈ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਸੋ ਜਦੋਂ ਇਹ ਅਰਦਾਸ ਪੂਰੀ ਹੋ ਜਾਂਦੀ ਹੈ, ਰੱਬ ਦੇ ਪਿਆਰਿਆਂ ਦਾ ਵੱਡਿਆਂ ਭਾਗਾਂ ਦੇ ਨਾਲ, ਸੁੱਤੀ ਹੋਈ ਕਿਸਮਤ ਦੇ ਜਾਗਣ ਦੇ ਨਾਲ, ਪੂਰਬ ਕਰਮ ਅੰਕੁਰ ਜਾ ਪ੍ਰਗਟੇ ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ ਜਨਮ ਜਨਮ ਕੀ ਸੋਈ ਜਾਗੀ। ਸੁੱਤੀ ਹੋਈ ਕਿਸਮਤ ਜਦੋਂ ਜਾਗਦੀ ਹੈ ਤੇ ਉਸ ਵੇਲੇ ਰੱਬ ਦੇ ਪਿਆਰਿਆਂ ਦਾ ਮਿਲਾਪ ਹੁੰਦਾ ਹੈ। ਤੇ ਜਿਨ੍ਹਾਂ ਨੂੰ ਮਿਲਾਪ ਹੋ ਗਿਆ, ਸਾਧੂਆਂ ਦੀ ਸੰਗਤ, ਰੱਬ ਦੇ ਪਿਆਰਿਆਂ ਦੀ ਸੰਗਤ ਹੋ ਗਈ, ਰੱਬ ਦੇ ਨਾਲ ਜੋੜਨ ਵਾਲਿਆਂ ਦੀ ਸੰਗਤ ਹੋ ਗਈ, ਪਖੰਡੀਆਂ ਤੋਂ ਖਹਿੜਾ ਛੁੱਟ ਗਿਆ। ਸਤਿਗੁਰੂ ਜੀ ਕਹਿੰਦੇ ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਜਿਨ੍ਹਾਂ ਨੂੰ ਸਾਧੂਆਂ ਦਾ ਭੇਟਣਾ ਪ੍ਰਾਪਤ ਹੋਇਆ, ਸਾਧੂਆਂ ਦੇ ਦਰਸ਼ਨ ਹੋਏ, ਸਾਧੂਆਂ ਦੀ ਸੰਗਤ ਹੋਈ, ਸੋ ਦਰਗਹਿ ਹੋਏ ਖਲਾਸ। ਉਹ ਦਰਗਾਹ ਦੇ ਵਿੱਚ ਖਲਾਸ ਹੋ ਜਾਂਦੇ ਆ, ਮੁਕਤ ਹੋ ਜਾਂਦੇ ਹਨ, ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਹਮੇਸ਼ਾ ਅਰਦਾਸ ਕਰੀਏ, ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਆਪਣੀ ਕਿਰਪਾ ਸਾਡੇ ਉੱਤੇ ਕਰ। ਮਹਾਂਪੁਰਖਾਂ ਰਾਹੀਂ ਕਰ, ਗੁਰਸਿੱਖਾਂ ਰਾਹੀਂ ਕਰ, ਸਾਧ ਸੰਗਤ ਰਾਹੀਂ ਕਰ, ਕਿਸੇ ਵੀ ਤਰੀਕੇ ਆਪਣੀ ਕਿਰਪਾ ਕਰ ਦੇ। ਆਪਣੀ ਕਿਰਪਾ ਕਰ, ਤੇਰੇ ਦਰਸ਼ਨ ਸਾਨੂੰ ਹੋ ਜਾਣ, ਤੇਰੇ ਦਰਸ਼ਨ ਸਾਨੂੰ ਪ੍ਰਾਪਤ ਹੋ ਜਾਣ। 4 ਪ੍ਰਕਾਰ ਦੇ ਦਰਸ਼ਨ ਧਰਮ ਗ੍ਰੰਥਾਂ ਵਿੱਚ ਲਿਖੇ ਹੈ। ਸੁਪਨ ਦਰਸ਼ਨ ਹਨ, ਸ਼ਰਵਣ ਦਰਸ਼ਨ ਹਨ, ਇਸੇ ਪ੍ਰਕਾਰ ਪ੍ਰਤੱਖ ਦਰਸ਼ਨ ਹਨ। ਸਤਿਗੁਰੂ ਜੀ ਕਹਿੰਦੇ ਪ੍ਰਤੱਖ ਰੂਪ ਵਿੱਚ ਸਾਨੂੰ ਤੁਹਾਡੇ ਦਰਸ਼ਨ ਹੋਣ। ਕਰ ਕਿਰਪਾ ਪ੍ਰਭ ਆਪਣੀ, ਤੇਰੇ ਦਰਸ਼ਨ ਹੋਏ ਪਿਆਸ। ਜਿਹੜੀ ਮੇਰੇ ਮਨ ਦੀ ਜਿਹੜੀ ਪਿਆਸ ਆ ਨਾ, ਇਹ ਬੁੱਝ ਜਾਵੇ। ਜਿਹੜੀ ਮੇਰੇ ਮਨ ਦੇ ਵਿੱਚ ਪਿਆਸ ਲੱਗੀ ਹੋਈ ਆ ਦਰਸ਼ਨਾਂ ਦੀ, ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤ੍ਰਿਕ ਕੀ ਨਿਆਈ, ਤ੍ਰਿਖਾ ਨਾ ਉਤਰੈ ਸ਼ਾਂਤ ਨਾ ਆਵੇ। ਜਿਹੜੀ ਤ੍ਰਿਖਾ ਤੇ ਲੱਗੀ ਹੋਈ ਹੈ, ਪਿਆਸ ਲੱਗੀ ਹੋਈ ਹੈ, ਇਹ ਪਿਆਸ ਖਤਮ ਕਰ ਦੇ। ਕਿਰਪਾ ਕਰਕੇ ਆਪਣੇ ਦਰਸ਼ਨ ਬਖਸ਼ਿਸ਼ ਕਰ ਸਾਨੂੰ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਹਮੇਸ਼ਾ ਕਹੀਏ ਵਾਹਿਗੁਰੂ ਪਰਮੇਸ਼ਰ, ਤੇਰੇ ਤੋਂ ਬਿਨਾਂ ਦੂਜਾ ਸਾਡਾ ਕੋਈ ਆਸਰਾ ਨਹੀਂ। ਦੂਜਾ ਸਾਨੂੰ ਇੱਛਾ ਪੂਰੀਆਂ ਕਰਨ ਵਾਲਾ ਕੋਈ ਦਿਖਾਈ ਨਹੀਂ ਦਿੰਦਾ। ਇੱਛਾ ਪੂਰਕ ਸਰਬ ਸੁਖ ਦਾਤਾ ਹਰ, ਜਾ ਕੈ ਵਸ ਹੈ ਕਾਮ ਧੇਨਾ। ਇੱਕੋ ਇੱਕ ਵਾਹਿਗੁਰੂ ਸਾਡੇ ਉੱਤੇ ਕਿਰਪਾ ਕਰ ਸਕਦਾ, ਹੋਰ ਕੋਈ ਕਿਰਪਾ ਕਰਨ ਵਾਲਾ ਨਹੀਂ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਤੇਰੇ ਬਿਨਾਂ ਦੂਜਾ ਹੋਰ ਕੋਈ ਵਾਹਿਗੁਰੂ ਹੈ ਹੀ ਨਹੀਂ। ਨਾਨਕ ਕੀ ਅਰਦਾਸ। ਇਸ ਕਰਕੇ ਨਾਨਕ ਤੁਹਾਡੇ ਚਰਨਾਂ ਵਿੱਚ ਅਰਦਾਸ ਕਰਦਾ। ਨਾਨਕ ਨਾਮ ਦੀ ਮੋਹਰ ਲਾ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਮੇਰੀ ਸੇਵਕ ਦੀ ਅਰਦਾਸ ਤੁਹਾਡੇ ਚਰਨਾਂ ਵਿੱਚ ਹੈ ਕਿ ਮੈਨੂੰ ਤੁਹਾਡੇ ਤੋਂ ਬਿਨਾਂ ਕੋਈ ਦੂਜਾ ਦਿਖਾਈ ਨਾ ਦੇਵੇ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਇਹ ਅਵਸਥਾ ਬਣ ਜਾਵੇ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ, ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ, ਜਿਸ ਮਨ ਹਰ ਚਰਨ ਨਿਵਾਸ। ਹਾੜ ਦਾ ਮਹੀਨਾ ਕਹਿੰਦੇ ਸ਼ੋਭਨੀਕ ਉਹਨਾਂ ਨੂੰ ਲੱਗਦਾ ਹੈ, ਸੁਹਾਵਣਾ ਉਹਨਾਂ ਨੂੰ ਲੱਗਦਾ ਹੈ, ਜਿਸ ਮਨ ਹਰ ਚਰਨ ਨਿਵਾਸ। ਜਿਹਦਾ ਮਨ, ਜਿਸ ਮਨੁੱਖ ਦਾ ਮਨ, ਜਿਸ ਜਗਿਆਸੂ ਦਾ ਮਨ, ਜਿਸ ਸਿੱਖ ਦਾ ਮਨ ਹਰੀ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਨਿਵਾਸ ਕਰ ਲੈਂਦਾ। ਔਰ ਜਿਸ ਸਿੱਖ ਦੇ, ਜਿਸ ਜਗਿਆਸੂ ਦੇ ਹਿਰਦੇ ਦੇ ਵਿੱਚ ਉਹ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ। ਹੁਣ ਵਾਹਿਗੁਰੂ ਦੇ ਚਰਨ ਕੀ ਹੈ?
ਜੇ ਕੋਈ ਮਨੁੱਖ ਹੋਵੇ ਉਹਦੇ ਚਰਨ ਉਹਦੇ ਪੈਰ ਤਾਂ ਹੱਡ ਮਾਸ ਚੰਮ ਦੇ ਬਣੇ ਹੋਣਗੇ। ਵਾਹਿਗੁਰੂ ਦੇ ਚਰਨ ਹਿਰਦੇ ਵਿੱਚ ਕਿਵੇਂ ਵਸਦੇ ਆ? ਚਰਨ ਸਥੂਲ ਹੈ, ਹਿਰਦਾ ਸਾਡਾ ਸੂਖਮ ਹੈ। ਸਥੂਲ ਦਾ ਸੂਖਮ ਦੇ ਵਿੱਚ ਵਾਸਾ ਕਿਵੇਂ ਹੋਵੇ? ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡਾ ਸ਼ੰਕਾ ਨਿਵਰਤ ਕਰਨ ਵਾਸਤੇ ਜਾਪ ਸਾਹਿਬ ਦੇ ਵਿੱਚ ਕਹਿ ਦਿੱਤਾ, ਚਿੱਤ ਚਰਨ ਨਾਮ। ਉਹ ਵਾਹਿਗੁਰੂ ਪਰਮੇਸ਼ਰ ਨੂੰ ਚੇਤੇ ਵਿੱਚ ਵਸਾਉਣਾ, ਉਹਦਾ ਨਾਮ ਹੈ ਨਾ ਜਿਹੜਾ, ਉਹੀ ਵਾਹਿਗੁਰੂ ਪਰਮੇਸ਼ਰ ਦੇ ਚਰਨ ਹੈ। ਕਿਉਂਕਿ ਸਾਡਾ ਸ਼ਬਦ ਗੁਰੂ ਹੈ ਅਤੇ ਸ਼ਬਦ ਗੁਰੂ ਦੇ ਚਰਨ ਜਿਹੜੇ ਹੈ ਉਹ ਵਾਹਿਗੁਰੂ ਪਰਮੇਸ਼ਰ ਦਾ ਨਾਮ ਹੈ। ਵਾਹਿਗੁਰੂ ਪਰਮੇਸ਼ਰ ਦੇ ਚਰਨ ਜਦੋਂ ਸਾਡੇ ਹਿਰਦੇ ਵਿੱਚ ਵਸਦੇ ਹਨ ਅਤੇ ਉਸ ਵੇਲੇ ਗੁਰਮੁਖ ਪਿਆਰਿਓ ਆਪਾਂ ਕਹਿ ਸਕਦੇ ਹਾਂ ਕਿ ਸਾਡੇ ਹਿਰਦੇ ਵਿੱਚ ਵਾਹਿਗੁਰੂ ਦੇ ਚਰਨਾਂ ਦਾ ਨਿਵਾਸ ਹੈ। ਪਹਿਲੀ ਪੰਕਤੀ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਬਦ ਦੀ ਆਰੰਭਤਾ ਵਿੱਚ ਆਖਿਆ, ਆਸਾੜ ਤਪੰਦਾ ਤਿਸ ਲੱਗੈ ਹਰ ਨਾਹੋ ਨਾ ਜਿਨ੍ਹਾਂ ਪਾਸ। ਤਪਦਾ ਉਹਨਾਂ ਨੂੰ ਲੱਗਦਾ ਹੈ, ਵਿਆਕੁਲਤਾ ਉਹਨਾਂ ਨੂੰ ਹੁੰਦੀ ਹੈ, ਔਖਾ ਕਠਿਨ ਉਹਨਾਂ ਨੂੰ ਲੱਗਦਾ ਜਿਨ੍ਹਾਂ ਦੇ ਕੋਲ ਹਰੀ ਵਾਹਿਗੁਰੂ ਪਰਮੇਸ਼ਰ ਪਤੀ ਨਹੀਂ ਹੈ। ਅਤੇ ਜਿਸ ਵੇਲੇ ਅਰਦਾਸ ਕਰਕੇ ਸਾਧੂਆਂ ਦੀ ਸੰਗਤ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਂਦੀ ਹੈ। ਇਸੇ ਹਾੜ ਦੇ ਮਹੀਨੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਜੀ ਸ਼ੋਭਨੀਕ ਕਹਿ ਰਹੇ ਹੈ। ਪਹਿਲਾਂ ਆਸਾੜ ਤਪੰਦਾ ਔਰ ਅੰਤਲੀ ਤੁਕ ਦੇ ਵਿੱਚ ਆਸਾੜ ਸੁਹੰਦਾ ਆਖਿਆ। ਹਾੜ ਦਾ ਮਹੀਨਾ ਸ਼ੋਭਨੀਕ ਉਹਨਾਂ ਵਾਸਤੇ ਹੈ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਦੇ ਮਨ ਦੇ ਵਿੱਚ ਉਹ ਵਾਹਿਗੁਰੂ ਪਰਮੇਸ਼ਰ ਦੇ ਚਰਨਾਂ ਦਾ ਨਿਵਾਸ ਹੋ ਜਾਂਦਾ ਹੈ। ਸੋ ਹਾੜ ਦੇ ਮਹੀਨੇ ਦੁਆਰਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਪਾਵਨ ਪਵਿੱਤਰ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ। ਇਸ ਉਪਦੇਸ਼ ਦੇ ਉੱਤੇ ਚੱਲਣ ਦਾ ਯਤਨ ਕਰੀਏ। ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ। ਹਾੜ ਦੇ ਮਹੀਨੇ ਦੁਆਰਾ ਮਨੁੱਖਾ ਜਨਮ ਨੂੰ ਸੰਬੋਧਨ ਕਰਕੇ ਜੋ ਸਤਿਗੁਰੂ ਨੇ ਆਖਿਆ, ਮਨੁੱਖਾ ਜਨਮ ਰੂਪੀ ਹਾੜ ਦਾ ਮਹੀਨਾ ਉਹਨਾਂ ਦਾ ਸ਼ੋਭਨੀਕ ਹੈ ਜਿਨ੍ਹਾਂ ਨੂੰ ਸਾਧੂਆਂ ਦੀ ਸੰਗਤ ਪ੍ਰਾਪਤ ਹੋਈ, ਸਤਿਗੁਰੂ ਦੀ ਕਿਰਪਾ ਦੀ ਪ੍ਰਾਪਤੀ ਹੋਈ ਔਰ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਹਮੇਸ਼ਾ ਦੇ ਲਈ ਵਸ ਗਿਆ। ਸੋ ਉਹਨਾਂ ਨੂੰ ਭਾਈ ਇਹ ਮਨੁੱਖਾ ਜਨਮ ਵੀ ਅਤੇ ਪ੍ਰਤੱਖ ਹਾੜ ਦਾ ਮਹੀਨਾ ਵੀ ਸ਼ੋਭਨੀਕ ਲੱਗਦਾ ਹੈ, ਚੰਗਾ ਲੱਗਦਾ ਹੈ। ਸੋ ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮੱਤ ਬਖਸ਼ਿਸ਼ ਕਰਨ। ਬਿਨਾਂ ਕਿਸੇ ਸਾਖੀ ਪ੍ਰਮਾਣ ਤੋਂ ਸਮੇਂ ਦੇ ਵਿੱਚ ਰਹਿੰਦਿਆਂ ਹੋਇਆਂ ਸਿਰਫ ਅੱਖਰੀ ਅਰਥ ਸੰਖੇਪ ਜਿਹੇ ਰੂਪ ਦੇ ਵਿੱਚ ਆਪ ਜੀ ਦੇ ਸਨਮੁਖ ਅਰਜ਼ ਕੀਤੇ ਹਨ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ। ਸੁਣਿਆ ਹੋਇਆ ਗੁਰੂ ਉਪਦੇਸ਼ ਸਾਡੇ ਤੁਹਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ। ਆਓ ਇੱਕ ਵਾਰ ਫਿਰ ਸੰਪੂਰਨ ਸ਼ਬਦ ਨੂੰ ਪੜ੍ਹ ਕੇ ਆਪਾਂ ਸਮਾਪਤੀ ਕਰੀਏ ਜੀ। ਆਸਾੜ ਤਪੰਦਾ ਤਿਸ ਲੱਗੈ ਹਰ ਨਾਹੁ ਨਾ ਜਿਨ੍ਹਾਂ ਪਾਸ। ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਧੀ ਆਸ। ਦੋਇਐ ਭਾਇ ਵਿਗੁਚੀਐ ਗਲ ਪਈ ਸੋ ਜਮ ਕੀ ਫਾਸ। ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ। ਰੈਣ ਵਿਹਾਣੀ ਪਛਤਾਣੀ ਉਠ ਚੱਲੀ ਗਈ ਨਿਰਾਸ। ਜਿਨ ਕਉ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ। ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ